हाँ जी Rajay, welcome in online classes of GTP. It's your subject of business studies and we are going to discuss about your first topic of your first chapter, nature and significance of management. ਅੱਜ ਜੋ ਹੈ ਰਜੀ ਉਹ ਆਪਾਂ ਸਿਲੇਬਸ ਦੀ ਹੈ ਜੋ ਸਟਾਰਟਿੰਗ ਕਰਨ ਲੱਗੇ ਤੁਹਾਡੀ ਮੈਨੇਜਮੈਂਟ ਦੀ। ਅਤੇ ਸਭ ਤੋਂ ਪਹਿਲਾਂ ਜਦੋਂ ਆਪਾਂ ਗੱਲ ਕਰਨ ਲੱਗੇ ਹਾਂ ਮੈਨੇਜਮੈਂਟ ਬਾਰੇ, ਕਿਉਂਕਿ ਤੁਹਾਡੇ ਲਈ ਇਹ ਸਬਜੈਕਟ ਨਿਊ ਹੈ, ਸੋ ਫਰੋਮ ਸਟਾਰਟਿੰਗ ਯੂ ਸ਼ੁੱਡ ਨੋ ਅਬਾਊਟ ਦ ਕਨਸੈਪਟ ਆਫ ਮੈਨੇਜਮੈਂਟ। ਤਾਂ ਰਜੀ ਮੈਨੇਜਮੈਂਟ ਕੀ ਹੁੰਦਾ ਹੈ ਕਿ ਜਦੋਂ ਆਪਾਂ ਕਿਸੇ ਵੀ ਕੰਮ ਨੂੰ ਇੱਕ ਸਿਸਟੇਮੈਟਿਕ ਤਰੀਕੇ ਦੇ ਨਾਲ ਕਰਦੇ ਹਾਂ ਤਾਂ ਕਿ ਉਸ ਕੰਮ ਤੋਂ ਜੋ ਆਪਾਂ ਸੈਟਿਸਫੈਕਸ਼ਨ ਚਾਹੁੰਦੇ ਹਾਂ, ਠੀਕ ਹੈ, ਉਹ ਆਪਾਂ ਨੂੰ ਮਿਲ ਜੇ। ਤਾਂ ਜਦੋਂ ਕਹਿੰਦੇ ਇੱਕ ਜਿਹੜੀ ਹਿਊਮਨ ਲਾਈਫ ਹੈ ਉਹ ਕੀ ਹੈ, ਕੰਮ ਦੇ ਆਲੇ ਦੁਆਲੇ ਘੁੰਮਦੀ ਹੈ। ਇੱਕ ਇਨਸਾਨ ਵਿਹਲਾ ਤਾਂ ਰਹਿ ਨਹੀਂ ਸਕਦਾ, ਉਹ ਆਪਣੇ ਪੂਰੇ ਡੇ ਦੇ ਵਿੱਚ ਕੋਈ ਨਾ ਕੋਈ ਐਕਟੀਵਿਟੀ ਹੈ ਉਹ ਕਰਦਾ ਰਹਿੰਦਾ। ਅਤੇ ਕੁਛ ਉਹਦੀਆਂ ਇਹੋ ਜਿਹੀਆਂ ਐਕਟੀਵਿਟੀਜ਼ ਹੁੰਦੀਆਂ ਨੇ ਜਿਨ੍ਹਾਂ ਨੂੰ ਉਹ ਕਰਦਾ ਆਪਣੀ ਜੋ ਅਰਨਿੰਗ ਹੈ, ਠੀਕ ਹੈ, ਉਸਨੂੰ ਵਧਾਉਣ ਦੇ ਲਈ। ਇਟ ਮੀਨਸ ਦੈਟ ਕਿ ਜਿਵੇਂ ਕੋਈ ਮਜ਼ਦੂਰੀ ਕਰਦਾ, ਕੋਈ ਆਪਣਾ ਬਿਜ਼ਨਸ ਸਟਾਰਟ ਕਰਦਾ, ਕੋਈ ਕਿਸੇ ਦੀ ਕੰਪਨੀ ਦੇ ਵਿੱਚ ਵਰਕ ਕਰਦਾ, ਕੋਈ ਹੋਰ ਨਵੇਂ ਬਿਜ਼ਨਸ ਦੀ ਇਨਵੈਸਟਮੈਂਟ ਕਰਦਾ ਹੈ ਨਾ। ਤਾਂ ਮਤਲਬ ਕੀ ਹੈ ਕਿ ਆਪਣੀ ਜੋ ਪ੍ਰੋਫਿਟਸ ਨੇ ਉਹਨਾਂ ਨੂੰ ਵਧਾਉਣ ਦੇ ਲਈ ਜਾਂ ਆਪਣੀ ਜੋ ਲਾਈਫ ਹੈ ਉਹਨੂੰ ਸਹੀ ਢੰਗ ਦੇ ਨਾਲ ਚਲਾਉਣ ਦੇ ਵਾਸਤੇ ਇੱਕ ਪਰਸਨ ਕੀ ਕਰਦਾ, ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਐਕਟੀਵਿਟੀਜ਼ ਨੇਗੀਆਂ ਉਹਨਾਂ ਨੂੰ ਕਰਦਾ। ਅਤੇ ਜਿਹੜੀਆਂ ਹਿਊਮਨ ਦੀਆਂ ਇਹ ਐਕਟੀਵਿਟੀਜ਼ ਨੇ ਉਹਨਾਂ ਨੂੰ ਆਪਾਂ ਦੋ ਕੈਟਾਗਰੀਜ਼ ਦੇ ਵਿੱਚ ਕੀ ਹੈ ਡਿਵਾਈਡ ਕਰ ਸਕਦੇ ਹਾਂ। ਜਿਸ ਤਰ੍ਹਾਂ ਪਹਿਲੀਆਂ ਹੁੰਦੀਆਂ ਨੇ ਇਕਨੋਮਿਕ ਐਕਟੀਵਿਟੀਜ਼ ਅਤੇ ਦੂਸਰੀਆਂ ਹੁੰਦੀਆਂ ਨੇ ਨੋਨ ਇਕਨੋਮਿਕ ਐਕਟੀਵਿਟੀਜ਼। ਇਕੋਨੋਮਿਕ ਐਕਟੀਵਿਟੀਜ਼ ਆਰ ਦੋਜ਼ ਐਕਟੀਵਿਟੀਜ਼ ਵਿਚ ਆਰ ਡਨ ਫॉर द ਪਰਪਜ਼ ਆਫ ਅਰਨਿੰਗ ਮੋਰ ਮਨੀ, ਠੀਕ ਹੈ, ਕਿ ਜਿਹੜੀਆਂ ਐਕਟੀਵਿਟੀਜ਼ ਨੇ ਪੈਸੇ ਨੂੰ ਅਰਨ ਕਰਨ ਦੇ ਲਈ, ਪੈਸਾ ਕਮਾਉਣ ਦੇ ਲਈ ਕੀਤੀਆਂ ਜਾਂਦੀਆਂ ਨੇ, ਉਹਨਾਂ ਐਕਟੀਵਿਟੀਜ਼ ਨੂੰ ਬੋਲਿਆ ਜਾਂਦਾ ਹੈ ਇਕਨੋਮਿਕ ਐਕਟੀਵਿਟੀਜ਼, ਠੀਕ ਹੈ। ਜਿਵੇਂ ਆਪਾਂ ਕਹਿ ਦਿੰਦੇ ਹਾਂ ਕੋਈ ਬਿਜ਼ਨਸ ਸਟਾਰਟ ਕਰ ਲਿਆ ਜੀ, ਕੋਈ ਗੁੱਡਸ ਅਤੇ ਸਰਵਿਸ, ਗੁੱਡਸ ਵਗੈਰਾ, ਗੁੱਡਸ ਹੁੰਦੀਆਂ ਨੇ ਰਾਜੇ ਚੀਜ਼ਾਂ, ਕਿ ਚੀਜ਼ਾਂ ਕਿਤੋਂ ਖਰੀਦ ਲਈਆਂ ਹੈ ਨਾ, ਕਿ ਅੱਗੇ ਉਹਨਾਂ ਨੂੰ ਕੀ ਆਪਾਂ ਪ੍ਰੋਫਿਟ ਦੇ ਉੱਤੇ ਵੇਚੀਏ। ਇਸ ਤੋਂ ਇਲਾਵਾ ਕੋਈ ਪਰਸਨ ਕੀ ਕਿਤੇ ਜੋਬ ਕਰਦਾ ਹੈ, ਕਿਤੇ ਕੋਈ ਮਜ਼ਦੂਰੀ ਕਰਦਾ ਹੈ, ਤਾਂ ਉਹ ਸਾਰੇ ਕੀ ਨੇ ਪੈਸਾ ਕਮਾਉਣ ਦੇ ਮੋਟਿਵ ਦੇ ਨਾਲ ਕੰਮ ਕੀਤੇ ਜਾਂਦੇ ਨੇ। ਅਤੇ ਜਿਹੜੇ ਕੰਮ ਪੈਸਾ ਕਮਾਉਣ ਦੇ ਮੋਟਿਵ ਦੇ ਲਈ ਨਾਲ ਕੀਤੇ ਜਾਂਦੇ ਨੇ ਉਹਨਾਂ ਕੰਮਾਂ ਨੂੰ ਆਪਾਂ ਕੀ ਕਹਿੰਦੇ ਆਂਗੇ, ਉਹ ਐਕਟੀਵਿਟੀਜ਼ ਕਿਹੜੀਆਂ ਹੁੰਦੀਆਂ ਨੇ, ਇਕਨੋਮਿਕ ਐਕਟੀਵਿਟੀਜ਼। ਐਂਡ ਦ ਸੈਕਿੰਡ ਕੈਟੇਗਰੀ ਇਜ਼ ਨੋਨ ਇਕਨੋਮਿਕ ਐਕਟੀਵਿਟੀਜ਼। On the other hand, non-economic activities are those activities which are pursued because of social, religious, cultural, psychological or sentimental reasons. It means that ਕਿ ਇਹਨਾਂ ਨੂੰ ਕਰਨ ਦਾ ਜੋ ਆਪਣਾ ਮੋਟਿਵ ਹੁੰਦਾ ਹੈ ਉਹ ਪ੍ਰੋਫਿਟ ਅਰਨ ਕਰਨਾ, ਪੈਸਾ ਕਮਾਉਣਾ ਨਹੀਂ ਹੁੰਦਾ। ਜਿਹੜੀਆਂ ਨੋਨ ਐਕਟੀਵਿਟੀਜ਼ ਨੇ ਉਹਨਾਂ ਨੂੰ ਕਰਨ ਦਾ ਜਿਹੜਾ ਮੇਨ ਮਕਸਦ ਹੁੰਦਾ, ਮੇਨ ਮੋਟਿਵ ਹੁੰਦਾ, ਉਹ ਕੀ ਹੁੰਦਾ, ਸੈਲਫ ਸੈਟਿਸਫੈਕਸ਼ਨ। ਆਪਾਂ ਖੁਦ ਨੂੰ ਸੈਟਿਸਫਾਈ ਕਰਨ ਦੇ ਲਈ ਇਹਨਾਂ ਐਕਟੀਵਿਟੀਜ਼ ਨੂੰ ਕਰਦੇ ਹਾਂ। ਤਾਂ ਜਦੋਂ ਤੁਹਾਨੂੰ ਜਿਵੇਂ ਇੱਕ ਬੇਸਿਕ ਹੈ, ਠੀਕ ਹੈ, ਚਾਰਟ ਬਣਾ ਕੇ ਬਹੁਤ ਵਧੀਆ ਢੰਗ ਦੇ ਨਾਲ ਦੱਸਿਆ ਹੋਇਆ ਹੈ ਕਿ ਜੋ ਐਕਟੀਵਿਟੀਜ਼ ਨੇ ਉਹਨਾਂ ਨੂੰ ਦੋ ਕੈਟਾਗਰੀਜ਼ ਦੇ ਵਿੱਚ ਆਪਾਂ ਡਿਵਾਈਡ ਕਰ ਦਿਆਂਗੇ, ਠੀਕ ਹੈ। ਪਹਿਲੀਆਂ ਹੁੰਦੀਆਂ ਨੇ ਰਜੇ ਤੁਹਾਡੀਆਂ ਇਕਨੋਮਿਕ ਐਕਟੀਵਿਟੀਜ਼ ਆ ਗਿਆ, ਠੀਕ ਹੈ, ਅਤੇ ਦੂਸਰੀਆਂ ਹੁੰਦੀਆਂ ਨੇ ਨੋਨ ਇਕਨੋਮਿਕ ਐਕਟੀਵਿਟੀਜ਼। ਅਤੇ ਜਿਹੜੀਆਂ ਇਕਨੋਮਿਕ ਆਪਣੀਆਂ ਐਕਟੀਵਿਟੀਜ਼ ਆ ਗਈਆਂ ਉਹਨਾਂ ਦੇ ਵਿੱਚ ਹੁੰਦਾ ਬਿਜ਼ਨਸ ਹੋ ਗਿਆ, ਪ੍ਰੋਫੈਸ਼ਨ ਹੋ ਗਿਆ ਅਤੇ ਇੰਪਲੋਇਮੈਂਟ ਹੋ ਗਈ। ਤਾਂ ਬਿਜ਼ਨਸ ਕੀ ਹੋਊਗਾ ਰਾਜੇ, ਜਿਵੇਂ ਕੋਈ ਨਵੀਂ ਕੰਪਨੀ ਸ਼ੁਰੂ ਕਰ ਲਈ। ਪ੍ਰੋਫੈਸ਼ਨ ਹੁੰਦਾ ਕਿ ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਜਿਹੜਾ ਇੱਕੋ ਹੀ ਸਕਿੱਲ ਦੇ ਨਾਲ ਰਿਲੇਟ ਕਰਦਾ, ਜਿਵੇਂ ਡਾਕਟਰਸ ਹੋ ਗਏ, ਲਾਇਰਸ ਹੋ ਗਏ, ਜੱਜ ਹੋ ਗਏ, ਹੈ ਨਾ, ਇਹ ਸਾਰੇ ਪ੍ਰੋਫੈਸ਼ਨ ਦੇ ਅੰਡਰ ਆਉਂਦੇ ਨੇ। ਅਤੇ ਤੀਸਰੀ ਹੁੰਦੀ ਹੈ ਰਾਜੇ ਇੰਪਲੋਇਮੈਂਟ। ਇੰਪਲੋਇਮੈਂਟ ਹੁੰਦਾ ਕਿਸੇ ਦੇ ਅੰਡਰ ਕੰਮ ਕਰਨਾ। ਬਿਜ਼ਨਸ ਦੇ ਵਿੱਚ ਕੀ ਹੁੰਦਾ, ਕਿਸੇ ਨੂੰ ਕੰਮ ਪ੍ਰੋਵਾਈਡ ਕਰਵਾਉਂਦੇ ਹਾਂ ਜਦੋਂ ਆਪਾਂ ਆਪ ਮਾਲਕ ਹੁੰਦੇ ਹਾਂ। ਅਤੇ ਇੰਪਲੋਇਮੈਂਟ ਦੇ ਵਿੱਚ ਆਪਾਂ ਕਿਸੇ ਦੇ ਅੰਡਰ ਕੰਮ ਕਰਦੇ ਹਾਂ। ਤਾਂ ਇਹ ਜਿਹੜੀਆਂ ਤਿੰਨੇ ਤਰ੍ਹਾਂ ਦੀਆਂ ਐਕਟੀਵਿਟੀਜ਼ ਨੇਗੀਆਂ ਇਹ ਪੈਸਾ ਕਮਾਉਣ ਦੇ ਲਈ ਕੀਤੀਆਂ ਜਾਂਦੀਆਂ ਨੇ। ਸੋ ਇਹਨਾਂ ਨੂੰ ਆਪਾਂ ਕੀ ਬੋਲਦੇ ਹਾਂ, ਇਕਨੋਮਿਕ ਐਕਟੀਵਿਟੀਜ਼। ਐਂਡ ਦ ਸੈਕਿੰਡ ਕੈਟੇਗਰੀ ਇਜ਼ ਨੋਨ ਇਕਨੋਮਿਕ ਐਕਟੀਵਿਟੀਜ਼। ਨੋਨ ਇਕਨੋਮਿਕ ਐਕਟੀਵਿਟੀਜ਼ ਨੂੰ ਆਪਾਂ ਤਿੰਨ ਕੈਟਾਗਰੀਜ਼ ਦੇ ਵਿੱਚ ਅੱਗੇ ਸਬ ਡਿਵਾਈਡੇਸ਼ਨ ਇਹਨਾਂ ਦੀ ਕਰ ਲੈਂਦੇ ਹਾਂ। ਜਿਸ ਤਰ੍ਹਾਂ ਰਿਲੀਜੀਅਸ ਐਕਟੀਵਿਟੀਜ਼ ਆ ਗਈਆਂ, ਪੈਰੈਂਟਲ ਐਕਟੀਵਿਟੀਜ਼ ਅਤੇ ਸੋਸ਼ਲ ਐਕਟੀਵਿਟੀਜ਼। ਰਿਲੀਜੀਅਸ ਐਕਟੀਵਿਟੀਜ਼ ਹੁੰਦੀਆਂ ਨੇ ਰਾਜੇ ਕਿ ਜਿਹੜੀਆਂ ਆਪਾਂ ਧਰਮ ਦੇ ਨਾਲ ਸੰਬੰਧਿਤ ਕਰਦੇ ਹਾਂ, ਕੋਈ ਪੂਜਾ ਪਾਠ ਕਰਦੇ ਹਾਂ, ਹੈ ਨਾ, ਕਿਤੇ ਗੁਰਦੁਆਰੇ ਜਾਂਦੇ ਹੋ, ਮੰਦਰ ਮਸਜਿਦ ਕਿਤੇ ਜਾਂਦੇ ਹੋ, ਹੈ ਨਾ, ਤਾਂ ਉਹਨਾਂ ਚੀਜ਼ਾਂ ਦੇ ਆਪਾਂ ਨੂੰ ਪੈਸੇ ਤਾਂ ਨਹੀਂ ਮਿਲਦੇ, ਹੈ ਨਾ। ਤਾਂ ਇਹ ਸਾਰੀਆਂ ਐਕਟੀਵਿਟੀਜ਼ ਆਪਾਂ ਕਿਉਂ ਕਰਦੇ ਹਾਂ, ਆਪਣੀ ਸੈਲਫ ਸੈਟਿਸਫੈਕਸ਼ਨ ਦੇ ਵਾਸਤੇ, ਕਿਉਂਕਿ ਇਹਨਾਂ ਨੂੰ ਕਰਕੇ ਆਪਾਂ ਨੂੰ ਕੀ ਇੱਕ ਖੁਸ਼ੀ ਮਿਲਦੀ ਹੈ।
ਸੈਕੰਡਲੀ ਹੈਗੇ ਨੇ ਪੈਰੈਂਟਲ ਐਕਟੀਵਿਟੀਜ਼, ਜਿਵੇਂ ਆਪਾਂ ਕਹਿ ਦਿੰਦੇ ਹਾਂ ਪੇਰੈਂਟਸ ਦੀ ਰਿਸਪੈਕਟ ਕਰਨਾ, ਪੈਰੈਂਟਸ ਦੇ ਨਾਲ ਕੀ ਹੈ ਉਹਨਾਂ ਦੇ ਕੰਮਾਂ ਦੇ ਵਿੱਚ ਹੱਥ ਵਟਾਉਣਾ, ਉਹਨਾਂ ਦੇ ਦੁੱਖ ਸੁੱਖ ਦਾ ਖਿਆਲ ਰੱਖਣਾ, ਹੈ ਨਾ, ਉਹਨਾਂ ਦੀ ਕਹੀ ਹਰ ਗੱਲ ਨੂੰ ਮੰਨਣਾ। ਤਾਂ ਇਹ ਸਾਰੀਆਂ ਕੀ ਹੋ ਜਾਂਦੀਆਂ ਨੇਗੀਆਂ ਆਪਣੇ ਨਾਲ ਲਈ ਨੋਨ ਇਕਨੋਮਿਕ ਐਕਟੀਵਿਟੀਜ਼। ਇਹਦਾ ਨਹੀਂ ਹੁੰਦਾ ਕਿ ਜੇ ਆਪਾਂ ਪੈਰੈਂਟਸ ਦੀ ਰਿਸਪੈਕਟ ਕਰਾਂਗੇ ਆਪਾਂ ਨੂੰ ਪੈਸੇ ਮਿਲਣਗੇ। ਤਾਂ ਇਹ ਸਾਰੀਆਂ ਐਕਟੀਵਿਟੀਜ਼ ਕੀ ਹੈ ਜੇ ਆਪਾਂ ਨੂੰ ਆਪਣੀ ਸੈਲਫ ਸੈਟਿਸਫੈਕਸ਼ਨ ਦੇ ਲਈ ਕਰਦੇ ਆ, ਆਪਣੇ ਮਨ ਦੀ ਖੁਸ਼ੀ ਦੇ ਲਈ ਤੁਸੀਂ ਕਰਦੇ ਹੋ। ਅਤੇ ਥਰਡ ਤਰ੍ਹਾਂ ਦੀਆਂ ਐਕਟੀਵਿਟੀਜ਼ ਹੁੰਦੀਆਂ ਨੇ ਸੋਸ਼ਲ ਐਕਟੀਵਿਟੀਜ਼, ਜਿਹੜੀਆਂ ਕਿ ਆਪਾਂ ਸੁਸਾਇਟੀ ਦੇ ਨਾਲ ਕਰਦੇ ਹਾਂ। ਇਟ ਮੀਨਸ ਦੈਟ ਕਿ ਆਪਾਂ ਫਰੈਂਡਸ ਬਣਾਉਂਦੇ ਆ, ਆਪਾਂ ਆਪਣੇ ਰਿਲੇਟਿਵਸ ਹੁੰਦੇ ਨੇ, ਰਿਸ਼ਤੇਦਾਰ ਹੁੰਦੇ ਨੇ, ਹੈ ਨਾ। ਤਾਂ ਆਪਾਂ ਨੂੰ ਕੋਈ ਇਹ ਤਾਂ ਨਹੀਂ ਕਹਿੰਦਾ ਵੀ ਇੰਨੇ ਫਰੈਂਡ ਬਣਾ ਲਓ ਤੁਹਾਨੂੰ ਇੰਨੇ ਪੈਸੇ ਮਿਲਣਗੇ, ਜਾਂ ਆਪਾਂ ਕਿਸੇ ਨੂੰ ਫਰੈਂਡ ਬਣਾਉਂਦੇ ਆਪਾਂ ਨੂੰ ਕੀ ਹੈ ਪੈਸਿਆਂ ਦਾ ਬੈਨੀਫਿਟ ਹੁੰਦਾ, ਨਹੀਂ ਹੁੰਦਾ ਨਾ। ਤਾਂ ਇਟ ਮੀਨਸ ਇਹ ਸਾਰੀਆਂ ਐਕਟੀਵਿਟੀਜ਼ ਕੀ ਹੁੰਦੀਆਂ ਨੇ ਨੋਨ ਇਕਨੋਮਿਕ ਐਕਟੀਵਿਟੀਜ਼। ਅਤੇ ਇਸੇ ਤਰ੍ਹਾਂ ਤੁਹਾਨੂੰ ਇਹਨਾਂ ਤਿੰਨੋਂ ਹੀ ਐਕਟੀਵਿਟੀਜ਼ ਨੂੰ ਡਿਸਕਰਾਈਬ ਕੀਤਾ ਹੋਇਆ, ਠੀਕ ਹੈ। ਜਿਵੇਂ ਪਹਿਲਾ ਹੈਗਾ ਬਿਜ਼ਨਸ ਕੀ ਹੋਊਗਾ ਜੀ, ਜਿਵੇਂ ਮੈਨੂਫੈਕਚਰਿੰਗ ਹੁੰਦਾ ਜਿੱਥੇ ਕੋਈ ਪ੍ਰੋਡਕਟ ਬਣਦਾ, ਠੀਕ ਹੈ। ਹੋਲਸੇਲ ਰਿਟੇਲ ਜਿੱਥੇ ਅੱਗੇ ਉਹਨਾਂ ਨੂੰ ਵੇਚਿਆ ਜਾਂਦਾ। ਟਰਾਂਸਪੋਰਟੇਸ਼ਨ ਦਾ ਜਿਵੇਂ ਵਹੀਕਲ ਵਗੈਰਾ ਹੁੰਦੇ ਨੇ ਜਿਹੜੇ ਮਤਲਬ ਸਪਲਾਈ ਦੇ ਲਈ ਯੂਜ਼ ਕਰਦੇ ਆ। ਵੇਅਰ ਹਾਊਸਿੰਗ ਜਿਵੇਂ ਆਪਣੇ ਹੁੰਦੇ ਨੇ ਗੋਦਾਮ ਵਗੈਰਾ ਹੋ ਗਏ, ਹੈ ਨਾ। ਇੰਸ਼ੋਰੈਂਸ ਬੀਮਾ ਹੋ ਗਿਆ। ਐਡਵਰਟਾਈਜ਼ਿੰਗ ਤਾਂ ਇਹ ਕੀ ਹੁੰਦਾ ਰਾਜੇ ਕਿ ਜਿਹੜੇ ਪ੍ਰੋਡਕਟ ਹੁੰਦੇ ਨੇ ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਉਹਨਾਂ ਨੂੰ ਐਡਵਰਟਾਈਜ਼ਮੈਂਟਸ ਦਿੰਦੇ ਆ। ਜਿੱਥੇ ਮਾਈਨਿੰਗ ਹੋ ਗਈ ਰਾਜੇ ਕਿ ਜਿੱਥੇ ਖਾਣਾ ਵਗੈਰਾ ਹੁੰਦੀਆਂ ਨੇਗੀਆਂ, ਮਤਲਬ ਜਿਵੇਂ ਕੋਲੇ ਵਗੈਰਾ ਦੀ ਹੋ ਗਈ। ਅਤੇ ਉਸ ਤੋਂ ਬਾਅਦ ਜਿਵੇਂ ਫਿਸ਼ਿੰਗ ਵਗੈਰਾ ਦਾ, ਤਾਂ ਇਹਦੇ ਵਿੱਚ ਸਾਰੇ ਕੀ ਆ ਗਏ ਬਿਜ਼ਨਸ ਆ ਗਏ। ਅਤੇ ਪ੍ਰੋਫੈਸ਼ਨ ਦੇ ਵਿੱਚ ਗੱਲ ਕਰਦੇ ਆ ਜਿਵੇਂ ਆਪਾਂ, ਤਾਂ ਕਹਿੰਦੇ ਸਭ ਤੋਂ ਪਹਿਲਾਂ ਪ੍ਰੋਫੈਸ਼ਨ ਦੇ ਵਿੱਚ ਕੀ ਚੀਜ਼ ਚਾਹੀਦੀ ਹੈ ਕਿ ਪਰਸਨ ਦੇ ਵਿੱਚ ਕੀ ਇੱਕ ਰਿਕੁਆਇਰਡ ਸਕਿੱਲ ਹੋਣੀ ਚਾਹੀਦੀ ਹੈ। ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਪ੍ਰੋਫੈਸ਼ਨ ਹੈ ਜਿਹੜਾ ਡਿਨੋਟ ਕਰਦਾ ਇੱਕ ਖਾਸ ਤਰ੍ਹਾਂ ਦੀ ਸਕਿੱਲ ਨੂੰ। ਜਿਵੇਂ ਡਾਕਟਰ ਦਾ ਪ੍ਰੋਫੈਸ਼ਨ ਹੋ ਗਿਆ ਤਾਂ ਤੁਹਾਡੇ ਕੋਲ ਕੀ ਹੈ ਜਿਵੇਂ MBBS ਹੋਣੇ ਚਾਹੀਦੇ ਹੋ ਤੁਸੀਂ, ਜਾਂ ਜਿਸ ਸਪੈਸ਼ਲਾਈਜ਼ਡ ਏਰੀਆ ਦੇ ਵਿੱਚ ਤੁਸੀਂ ਡਾਕਟਰ ਹੋ ਤੁਸੀਂ ਤੁਹਾਡੀ ਉਹ ਡਿਗਰੀ ਕੀਤੀ ਹੋਣੀ ਚਾਹੀਦੀ ਹੈ। ਤੁਸੀਂ ਕੀ ਹੈ ਲਾਅ ਦੇ ਏਰੀਆ 'ਚ ਜਾਣਾ ਚਾਹੁੰਦੇ ਹੋ, ਮਤਲਬ ਕੀ ਹੈ ਤੁਸੀਂ ਕੋਈ ਜੋ ਲਾਇਰ ਵਗੈਰਾ ਜਾਂ ਜੱਜ ਵਗੈਰਾ ਬਣਨਾ ਚਾਹੁੰਦੇ ਹੋ ਤਾਂ ਤੁਹਾਡੀ LLB ਹੋਣੀ ਚਾਹੀਦੀ ਹੈ ਜਿਵੇਂ, ਹੈ ਨਾ। ਤਾਂ ਇਟ ਮੀਨਸ ਦੈਟ ਕਿ ਪ੍ਰੋਫੈਸ਼ਨ ਦੇ ਵਿੱਚ ਕੀ ਹੁੰਦਾ ਇੱਕ ਸਪੈਸ਼ਲਾਈਜ਼ਡ ਸਕਿੱਲ ਨੂੰ ਅਟੇਨ ਕਰਨ ਦੇ ਲਈ ਆਪਾਂ ਉਸੇ ਹੀ ਹਿਸਾਬ ਦੇ ਨਾਲ ਆਪਣੀ ਜੋ ਨੌਲੇਜ ਆ ਉਹ ਗੇਨ ਕਰਦੇ ਹਾਂ। ਅਤੇ ਇਸ ਤੋਂ ਇਲਾਵਾ ਕੀ ਹੈ ਜੀ ਕਹਿੰਦੇ ਜਦੋਂ ਆਪਾਂ ਪ੍ਰੋਫੈਸ਼ਨ ਦੀ ਗੱਲ ਕਰਦੇ ਹਾਂ ਤਾਂ ਪ੍ਰੋਫੈਸ਼ਨ ਦਾ ਆਪਾਂ ਨੂੰ ਕੀ ਇੱਕ ਸਰਟੀਫਿਕੇਟ ਦਿੱਤਾ ਜਾਂਦਾ ਜਿਵੇਂ ਡਾਕਟਰਸ ਵਗੈਰਾ ਦਾ ਹੁੰਦਾ, ਲਾਇਰਸ ਵਗੈਰਾ ਦਾ ਹੁੰਦਾ ਕਿ ਆਪਾਂ ਆਪਣੇ ਪ੍ਰੋਫੈਸ਼ਨ ਦੇ ਵਿੱਚ ਕੀ ਆ ਬੈਸਟ ਆ, ਠੀਕ ਹੈ ਜੀ। ਅਤੇ ਇਸ ਤੋਂ ਇਲਾਵਾ ਜਿਹੜੇ ਪ੍ਰੋਫੈਸ਼ਨਲਸ ਹੁੰਦੇ ਨੇ ਉਹ ਆਪਣੀ ਫੀਸ ਵਗੈਰਾ ਚਾਰਜ ਕਰਦੇ ਨੇ, ਜਿਵੇਂ ਕੋਈ ਕੰਸਲਟੈਂਸੀ ਦੀਆਂ ਸਰਵਿਸਿਜ਼ ਦਿੰਦੇ ਆ, ਉਹ ਕੁਛ ਲੋਕਾਂ ਨੂੰ ਸਲਾਹ ਮਸ਼ਵਰਾ ਹੋ ਗਿਆ ਜਾਂ ਕਿਸੇ ਵੀ ਤਰ੍ਹਾਂ ਲੋਕਾਂ ਦੀ ਹੈਲਪ ਕਰਦੇ ਆ ਤਾਂ ਉਸਦੀ ਉਹ ਫੀਸ ਹੈ ਜਿਹੜੀ ਚਾਰਜ ਕਰਦੇ ਨੇ। ਉਸ ਤੋਂ ਬਾਅਦ ਆਉਂਦਾ ਹੈ ਜੀ ਆਪਣੇ ਕੋਲ ਇੰਪਲੋਇਮੈਂਟ ਕੀ ਹੁੰਦਾ ਹੈ ਜਦੋਂ ਇੱਕ ਪਰਸਨ ਕੀ ਹੈ ਦੂਸਰੇ ਪਰਸਨ ਦੇ ਅੰਡਰ ਕੀ ਹੈ ਵਰਕ ਕਰਦਾ ਹੈ। ਤਾਂ ਇਸ ਦੀਆਂ ਕੁਝ ਫੀਚਰਸ ਨੇਗੀਆਂ, ਜਿਵੇਂ ਸਭ ਤੋਂ ਪਹਿਲਾਂ ਤਾਂ ਇਹ ਹੈ ਕਹਿੰਦੇ ਇੱਕ ਇੰਪਲੋਇਮੈਂਟ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਇੱਕ ਪਰਸਨ ਕੀ ਕਰਦਾ ਹੈ ਆਪਣੀਆਂ ਸਰਵਿਸਿਜ਼ ਨੂੰ ਦੇਣ ਦੇ ਲਈ ਕਿਸੇ ਆਰਗੇਨਾਈਜੇਸ਼ਨ ਦੇ ਵਿੱਚ ਕੰਮ ਕਰਦਾ ਹੈ, ਮਤਲਬ ਕਿਸੇ ਕੰਪਨੀ ਦੇ ਵਿੱਚ ਉਹ ਕੰਮ ਕਰਨ ਜਾਂਦਾ ਹੈ। ਸੈਕੰਡਲੀ ਕੀ ਹੈ ਜੇ ਕਿ ਉਹਦੇ ਇੰਪਲੋਇਰ ਅਤੇ ਇੰਪਲੋਈ ਦੋਵਾਂ ਦੇ ਵਿੱਚ ਰਿਲੇਸ਼ਨਸ਼ਿਪ ਹੁੰਦਾ ਹੈ। ਇੰਪਲੋਇਰ ਹੁੰਦਾ ਹੈ ਜੇ ਜਿਹੜਾ ਪਰਸਨ ਆਪਾਂ ਨੂੰ ਜੋਬ ਪ੍ਰੋਵਾਈਡ ਕਰਦਾ ਹੈ, ਠੀਕ ਹੈ, ਆਪਣਾ ਬੌਸ ਹੋ ਗਿਆ ਉਹ ਇੰਪਲੋਇਰ ਹੈ। ਇੰਪਲੋਈ ਕੌਣ ਹੋ ਗਏ ਜਿਹੜੇ ਉਸਦੇ ਨੀਚੇ ਪਰਸਨ ਕੰਮ ਕਰ ਰਹੇ ਨੇ, ਠੀਕ ਹੈ। ਥਰਡ ਆ ਗਿਆ ਇੰਪਲੋਇਰ ਅਸਾਈਨ ਡਿਊਟੀਜ਼, ਜਿਹੜਾ ਇੰਪਲੋਇਰ ਹੈ ਉਹ ਕੀ ਕਰਦਾ ਹੈ ਡਿਊਟੀਜ਼ ਦਿੰਦਾ ਹੈ ਇੰਪਲੋਈ ਨੂੰ, ਉਹ ਦੱਸਦਾ ਕਿ ਉਹਨੇ ਕੀ ਕੰਮ ਕਰਨਾ ਹੈ। ਐਨ ਇੰਪਲੋਈ ਇਜ਼ ਨਾਟ ਰਿਕੁਆਇਰਡ ਟੂ ਮੇਕ ਕੈਪੀਟਲ ਇਨਵੈਸਟਮੈਂਟ, ਇੰਪਲੋਈ ਨੂੰ ਬਿਜ਼ਨਸ ਦੇ ਵਿੱਚ ਕੋਈ ਇਨਵੈਸਟਮੈਂਟ ਨਹੀਂ ਕਰਨੀ ਪੈਂਦੀ, ਉਹਨੂੰ ਆਪਣਾ ਕੋਈ ਪੈਸਾ ਬਿਜ਼ਨਸ ਦੇ ਵਿੱਚ ਖਰਚ ਨਹੀਂ ਕਰਨਾ ਪੈਂਦਾ। ਆਪਾਂ ਜਿਵੇਂ ਕਿਤੇ ਕੰਮ ਕਰਨ ਜਾਂਦੇ ਹਾਂ ਉਹ ਆਪਾਂ ਨੂੰ ਇਹ ਥੋੜ੍ਹੀ ਕਹਿੰਦੇ ਪਹਿਲਾਂ ਤੁਸੀਂ ਇੰਨੇ ਪੈਸੇ ਲਾਓ ਅਸੀਂ ਤੁਹਾਨੂੰ ਫੇਰ ਨੌਕਰੀ ਦੇਵਾਂਗੇ, ਹੈ ਨਾ। ਤਾਂ ਇਟ ਮੀਨਸ ਦੈਟ ਆਪਾਂ ਉਹਨਾਂ ਨੂੰ ਸਰਵਿਸਿਜ਼ ਪ੍ਰੋਵਾਈਡ ਕਰਦੇ ਹਾਂ, ਉਹ ਆਪਾਂ ਨੂੰ ਮੋਨੇਟਰੀ ਬੈਨੀਫਿਟ ਦਿੰਦੇ ਨੇ, ਪੈਸਾ ਵਗੈਰਾ ਪੇਮੈਂਟ ਕਰਦੇ ਆ। ਦਾ ਇੰਪਲੋਈਜ਼ ਗੈਟ ਸੈਲਰੀਜ਼, ਇੰਪਲੋਈਜ਼ ਨੂੰ ਸੈਲਰੀਜ਼ ਦਿੱਤੀਆਂ ਜਾਂਦੀਆਂ ਨੇ ਜਾਂ ਵੇਜਿਸ ਦਿੱਤੀਆਂ ਜਾਂਦੀਆਂ ਨੇ। ਇੰਪਲੋਈ ਵਿਲ ਹੈਵ ਟੂ ਫੋਲੋ ਸਰਵਿਸ, ਜਿਹੜੇ ਇੰਪਲੋਈ ਹੈ ਉਹਨੂੰ ਸਾਰੇ ਰੂਲਸ ਰੈਗੂਲੇਸ਼ਨਸ ਨੇ ਜਿਹੜੇ ਫੋਲੋ ਕਰਨੇ ਪੈਂਦੇ ਨੇ। ਇਸ ਤੋਂ ਇਲਾਵਾ ਰਾਜਾ ਕੀ ਹੈ ਕਿ ਜਦੋਂ ਆਪਾਂ ਕਿਤੇ ਇੰਪਲੋਇਮੈਂਟ ਲੈਣ ਜਾਂਦੇ ਹਾਂ, ਠੀਕ ਹੈ, ਜੋਬ ਲੈਣ ਜਾਂਦੇ ਹਾਂ ਤਾਂ ਆਪਾਂ ਨੂੰ ਕੁਝ ਕੁਆਲੀਫਿਕੇਸ਼ਨਸ ਨੇਗੀਆਂ ਜਿਹੜੀਆਂ ਪਹਿਲਾਂ ਪੋਜ਼ ਕੀਤੀਆਂ ਜਾਂਦੀਆਂ ਨੇਗੀਆਂ, ਠੀਕ ਹੈ, ਕਿ ਉਹ ਆਪਣੇ ਤੋਂ ਰਿਕੁਆਇਰਡ ਹੁੰਦੀਆਂ ਨੇ ਕਿ ਉਹ ਆਪਣੇ ਤੋਂ ਮੰਗਦੇ ਨੇ ਕਿ ਤੁਸੀਂ ਐਨੇ ਕੁਆਲੀਫਾਈ ਹੋ ਜਿਹੜੇ ਉਹ ਹੋਣੇ ਚਾਹੀਦੇ ਹੋ। ਉਸ ਤੋਂ ਬਾਅਦ ਤੁਹਾਨੂੰ ਕੁਝ ਵਰਕ ਦਿੱਤੇ ਹੋਏ ਨੇ, ਠੀਕ ਹੈ। ਤਾਂ ਇਸ ਦੇ ਵਿੱਚ ਤੁਹਾਨੂੰ ਡਿਫਰੈਂਸ ਦਿੱਤਾ ਹੋਇਆ ਰਾਜੇ ਬਿਜ਼ਨਸ, ਪ੍ਰੋਫੈਸ਼ਨ ਅਤੇ ਇੰਪਲੋਇਮੈਂਟ, ਠੀਕ ਹੈ। ਤਾਂ ਜਿਵੇਂ ਨੇਚਰ ਆਫ ਵਰਕ ਦੀ ਗੱਲ ਕਰਦੇ ਹਾਂ ਤਾਂ ਬਿਜ਼ਨਸ ਦੇ ਵਿੱਚ ਕੀ ਆਉਂਦੀਆਂ ਨੇ ਪ੍ਰੋਡਕਸ਼ਨ ਦੀਆਂ ਐਕਟੀਵਿਟੀਜ਼ ਜਾਂ ਫਿਰ ਜਿਹੜੀਆਂ ਗੁੱਡਸ ਹੋ ਗਈਆਂ ਉਹਨਾਂ ਦੀਆਂ ਸੇਲ ਅਤੇ ਪਰਚੇਸਿਸ। ਪ੍ਰੋਫੈਸ਼ਨ ਦੇ ਵਿੱਚ ਕੀ ਆਉਂਦਾ ਹੈ ਜੀ ਪਰਸਨਲ ਸਰਵਿਸਿਜ਼। ਇੰਪਲੋਇਮੈਂਟ ਦੇ ਵਿੱਚ ਕੀ ਆਉਂਦਾ ਹੈ ਕਿ ਜਿਹੜਾ ਕੰਮ ਇੰਪਲੋਇਰ ਦੁਆਰਾ ਆਪਾਂ ਨੂੰ ਦਿੱਤਾ ਗਿਆ ਆਪਾਂ ਉਸ ਕੰਮ ਨੂੰ ਕੀ ਕਰਦੇ ਆਂਗੇ ਪੂਰਾ ਕਰਦੇ ਹਾਂ। ਅਤੇ ਉਸ ਤੋਂ ਬਾਅਦ ਕੁਆਲੀਫਿਕੇਸ਼ਨਸ ਆ ਗਈਆਂ, ਬਿਜ਼ਨਸ ਦੇ ਵਿੱਚ ਆਪਾਂ ਨੂੰ ਕੋਈ ਕੁਆਲੀਫਿਕੇਸ਼ਨ ਨਹੀਂ ਚਾਹੀਦੀ, ਆਪਾਂ ਨੂੰ ਆਪਣਾ ਪੈਸਾ ਚਾਹੀਦਾ, ਠੀਕ ਹੈ। ਪ੍ਰੋਫੈਸ਼ਨ ਦੇ ਵਿੱਚ ਚਾਹੀਦੀਆਂ ਨੇ ਅਤੇ ਇੰਪਲੋਇਮੈਂਟ ਦੇ ਵਿੱਚ ਚਾਹੀਦੀਆਂ ਨੇ।
ਇਸਟੈਬਲਿਸ਼ਮੈਂਟਸ ਜਦੋਂ ਇੱਕ ਬਿਜ਼ਨਸ ਹੈ ਜਿਹੜਾ ਉਹਨੂੰ ਇਸਟੈਬਲਿਸ਼ ਕਰਨਾ ਹੁੰਦਾ ਹੈ, ਸ਼ੁਰੂ ਕਰਨਾ ਬਿਜ਼ਨਸ ਨੂੰ, ਤਾਂ ਉਸ ਦੇ ਲਈ ਆਪਾਂ ਨੂੰ ਕੋਈ ਲੀਗਲ ਫਾਰਮੈਲਿਟੀਜ਼ ਪੂਰੀਆਂ ਕਰਨੀਆਂ ਪੈਂਦੀਆਂ ਨੇ। ਠੀਕ ਹੈ, ਪ੍ਰੋਫੈਸ਼ਨ ਦੇ ਵਿੱਚ ਵੀ ਸੇਮ ਚੀਜ਼ ਹੁੰਦੀ ਹੈ। ਪ੍ਰੋਫੈਸ਼ਨ ਦੇ ਵਿੱਚ ਆਉਣਾ ਤਾਂ ਆਪਣੇ ਕੋਲ ਕੀ ਹੈ, ਸਰਟੀਫਿਕੇਟ ਵਗੈਰਾ ਲੈਣਾ ਪੈਂਦਾ ਕੰਸਰਨਡ ਅਥਾਰਟੀ ਤੋਂ। ਤੀਸਰਾ ਆ ਗਿਆ ਜੇ ਆਪਣੇ ਕੋਲ ਇੰਪਲੋਇਮੈਂਟ ਦਾ, ਅਪਾਇੰਟਮੈਂਟ ਦੇ ਵਿੱਚ ਕੀ ਹੈ, ਇਸਟੈਬਲਿਸ਼ਮੈਂਟ ਉਹਦੀ ਹੋ ਜਾਂਦੀ ਹੈ ਜਦੋਂ ਆਪਣੀ ਅਪਾਇੰਟਮੈਂਟ ਹੋ ਜਾਂਦੀ ਹੈ। ਇਹਦੇ ਵਿੱਚ ਆਪਾਂ ਨੂੰ ਕੋਈ ਸੈਪਰੇਟ ਇਨਵੈਸਟਮੈਂਟ ਕਰਨ ਦੀ ਲੋੜ ਨਹੀਂ ਹੋਊਗੀ। ਬਿਜ਼ਨਸ ਦੇ ਵਿੱਚ ਇਨਵੈਸਟਮੈਂਟ ਹੋਊਗੀ, ਠੀਕ ਹੈ। ਪ੍ਰੋਫੈਸ਼ਨ ਦੇ ਵਿੱਚ ਥੋੜ੍ਹੀ ਬਹੁਤੀ ਹੋ ਸਕਦੀ ਹੈ, ਇੰਪਲੋਇਮੈਂਟ ਦੇ ਵਿੱਚ ਕੋਈ ਇਨਵੈਸਟਮੈਂਟ ਨਹੀਂ ਹੋਊਗੀ। ਪ੍ਰੋਫਿਟ ਕੀ ਹੈ, ਬਿਜ਼ਨਸ ਦੇ ਵਿੱਚ ਅਰਨ ਕੀਤਾ ਜਾਂਦਾ ਹੈ। ਪ੍ਰੋਫੈਸ਼ਨਲ ਜਿਹੜੀ ਫੀਸ ਹੁੰਦੀ ਹੈ, ਉਹ ਪ੍ਰੋਫੈਸ਼ਨ ਦਾ ਜੋ ਬੈਨੀਫਿਟ ਹੈ, ਸੈਲਰੀ ਔਰ ਵੇਜਿਸ ਕੀ ਹੈ, ਇੰਪਲੋਇਮੈਂਟ 'ਚ ਦਿੱਤੀ ਜਾਂਦੀ ਹੈ। ਅਤੇ ਬਿਜ਼ਨਸ ਦੇ ਵਿੱਚ ਬਹੁਤ ਜ਼ਿਆਦਾ ਰਿਸਕ ਹੋਊਗਾ ਕਿਉਂਕਿ ਆਪਣਾ ਪਰਸਨਲ ਕੰਮ ਹੈ। ਪ੍ਰੋਫੈਸ਼ਨ ਦੇ ਵਿੱਚ ਰਿਸਕ ਘੱਟ ਹੁੰਦਾ ਹੈ ਅਤੇ ਇੰਪਲੋਇਮੈਂਟ ਦੇ ਵਿੱਚ ਰਿਸਕ ਹੈ ਜੋ ਉਹ ਬਿਲਕੁਲ ਨਹੀਂ ਹੁੰਦਾ। ਅਤੇ ਬਿਜ਼ਨਸ ਦੇ ਵਿੱਚ ਕੀ ਹੈ, ਕੋਡ ਆਫ ਕੰਡਕਟ ਹੁੰਦਾ ਹੈ। ਤਿੰਨਾਂ ਦੇ ਵਿੱਚ ਕੋਡ ਆਫ ਕੰਡਕਟ ਹੁੰਦਾ। ਕੋਡ ਆਫ ਕੰਡਕਟ ਹੁੰਦਾ ਰਾਜੇ ਕਿ ਜਿਹੜੇ ਰੂਲਸ ਹੁੰਦੇ ਨੇ, ਕਿ ਆਪਾਂ ਨੂੰ ਕੁਛ ਰੂਲਸ ਐਂਡ ਰੈਗੂਲੇਸ਼ਨਸ ਦਿੱਤੇ ਜਾਂਦੇ ਨੇ, ਦੈਟ ਵੀ ਹੈਵ ਟੂ ਫੋਲੋ ਥੀਸ ਰੂਲਸ। ਮੋਟਿਵ ਪ੍ਰੋਫਿਟ ਅਰਨਿੰਗ ਕੀ ਹੈ, ਇਹਦਾ ਮੋਟਿਵ ਹੈ ਉਹਦਾ ਕੀ ਹੈ, ਸਰਵਿਸਿੰਗ ਕਰਨੀ ਸੋਸਾਇਟੀ ਦੀ ਅਤੇ ਅਗਲੇ ਦਾ ਆਪਣੀ ਅਰਨਿੰਗ ਕਰਨੀ। ਅਤੇ ਟਰਾਂਸਫਰ ਪੋਸੀਬਲ ਵਿਦ ਸੇਮ ਫਾਰਮੈਲਿਟੀ, ਮਤਲਬ ਕਿ ਇੱਕ ਬਿਜ਼ਨਸ ਹੈ, ਮੇਰਾ ਬਿਜ਼ਨਸ ਹੈ, ਮੈਂ ਕਿਸੇ ਨੂੰ ਵੀ ਟਰਾਂਸਫਰ ਕਰ ਸਕਦੀ ਹਾਂ। ਮੇਰਾ ਪ੍ਰੋਫੈਸ਼ਨ ਮੈਂ ਕਿਸੇ ਨੂੰ ਟਰਾਂਸਫਰ ਨਹੀਂ ਕਰ ਸਕਦੀ। ਸੇਮ ਹੀ ਆਪਾਂ ਆਪਣੀ ਇੰਪਲੋਇਮੈਂਟ ਹੈ ਜੋ ਉਹ ਵੀ ਟਰਾਂਸਫਰ ਨਹੀਂ ਕਰ ਸਕਦੇ ਵਿਦਆਊਟ ਦਾ ਪ੍ਰਿਓਰ ਅਪਰੂਵਲ ਆਫ ਇੰਪਲੋਇਰ। ਉਸ ਤੋਂ ਬਾਅਦ ਆਉਂਦੀਆਂ ਨੇ ਰਾਜੇ ਨੋਨ ਇਕਨੋਮਿਕ ਐਕਟੀਵਿਟੀਜ਼। ਨੋਨ ਇਕਨੋਮਿਕ ਐਕਟੀਵਿਟੀਜ਼ ਹੁੰਦੀਆਂ ਨੇ ਰਾਜੇ, ਜਿਵੇਂ ਆਪਾਂ ਪਹਿਲਾਂ ਹੀ ਡਿਸਕਸ ਕਰ ਚੁੱਕੇ ਹਾਂ ਕਿ ਜਿਹੜੀਆਂ ਐਕਟੀਵਿਟੀਜ਼ ਕੀ ਕੀਤੀਆਂ ਜਾਂਦੀਆਂ ਨੇ, ਸੈਲਫ ਸੈਟਿਸਫੈਕਸ਼ਨ ਦੇ ਲਈ ਕੀਤੀਆਂ ਜਾਂਦੀਆਂ ਨੇ, ਅਤੇ ਇਹਨਾਂ ਦੀਆਂ ਕਿਹੜੀਆਂ ਕੈਟਾਗਰੀਜ਼ ਨੇ ਉਹ ਵੀ ਆਪਾਂ ਕਰ ਚੁੱਕੇ ਹਾਂ। ਉਸ ਤੋਂ ਬਾਅਦ ਹੈ ਇਕਨੋਮਿਕ ਐਂਡ ਨੋਨ ਇਕਨੋਮਿਕ ਐਕਟੀਵਿਟੀਜ਼ ਦੇ ਵਿੱਚ ਤੁਹਾਨੂੰ ਡਿਫਰੈਂਸ ਹੈ ਜੋ ਉਹ ਦਿੱਤਾ ਹੋਇਆ ਹੈਗਾ। ਠੀਕ ਹੈ, ਇਸ ਦੇ ਵਿੱਚ ਪਹਿਲਾ ਡਿਫਰੈਂਸ ਕੀ ਆਉਂਦਾ ਹੈ ਕਿ ਜਿਹੜੀਆਂ ਇਕਨੋਮਿਕ ਐਕਟੀਵਿਟੀਜ਼ ਨੇ ਉਹ ਕੀ ਹੈ, ਇਨਕਮ ਅਰਨ ਕਰਨ ਲਈ ਕੀਤੀਆਂ ਜਾਂਦੀਆਂ ਨੇ। ਨੋਨ ਇਕਨੋਮਿਕ ਕੀ ਹੈ, ਸੈਟਿਸਫੈਕਸ਼ਨ ਦੇ ਲਈ ਕੀਤੀਆਂ ਜਾਂਦੀਆਂ ਨੇ। ਇਕਨੋਮਿਕ ਜਿਹੜੀਆਂ ਐਕਟੀਵਿਟੀਜ਼ ਨੇ ਉਹਨਾਂ ਦਾ ਮੇਨ ਮੋਟਿਵ ਕੀ ਹੋਊਗਾ, ਇਨਕਮ ਅਤੇ ਪੈਸਾ ਅਰਨ ਕਰਨਾ। ਅਤੇ ਜਿਹੜੀਆਂ ਨੋਨ ਇਕਨੋਮਿਕ ਹੋਣਗੀਆਂ ਉਹਨਾਂ ਦਾ ਕੀ ਹੁੰਦਾ, ਸੋਸ਼ਲ, ਕਲਚਰ ਜਾਂ ਰਿਲੀਜੀਅਸ ਉਹਨਾਂ ਦੇ ਜਿਹੜੇ ਮੋਟਿਵਸ ਹੁੰਦੇ ਨੇ। ਜਿਹੜੀਆਂ ਇਕਨੋਮਿਕ ਐਕਟੀਵਿਟੀਜ਼ ਹੋ ਗਈਆਂ ਉਹਨਾਂ ਦੇ ਵਿੱਚ ਇੰਪਲੋਇਰ ਅਤੇ ਇੰਪਲੋਈ ਇਨਵੋਲਵ ਹੋਣਗੇ, ਅਤੇ ਨੋਨ ਦੇ ਵਿੱਚ ਕੀ ਹੋਊਗਾ, ਫੈਮਿਲੀ ਹੋ ਗਈ, ਫਰੈਂਡਸ ਹੋ ਗਏ, ਠੀਕ ਹੈ, ਉਹ ਸਾਰੇ ਇਨਵੋਲਵ ਹੋਣਗੇ। ਇਕਨੋਮਿਕ ਐਕਟੀਵਿਟੀਜ਼ ਦੇ ਵਿੱਚ ਪੀਪਲ ਦੀਆਂ ਨੀਡਸ ਨੇ, ਜਿਹੜੀਆਂ ਬੇਸਿਕ ਨੀਡਸ ਨੇ ਉਹ ਪੂਰੀਆਂ ਹੁੰਦੀਆਂ ਨੇ, ਹੈ ਨਾ। ਅਤੇ ਨੋਨ ਇਕਨੋਮਿਕ ਦੇ ਨਾਲ ਕਿਉਂਕਿ ਪੈਸੇ ਦਾ ਤਾਂ ਇਹਦੇ ਨਾਲ ਕੋਈ ਤਾਲੁਕਾਤ ਨਹੀਂ, ਇਸ ਕਰਕੇ ਉਹਦੀਆਂ ਕੀ ਹੁੰਦੀਆਂ ਨੇ, ਮੈਂਟਲ ਨੀਡਸ ਪੂਰੀਆਂ ਹੁੰਦੀਆਂ ਨੇ। ਜਿਹੜਾ ਕੁਛ ਉਹ ਕੀ ਕਰਦਾ, ਇਮੋਸ਼ਨ ਨੀਡਸ ਹੋ ਗਈਆਂ। ਅਤੇ ਜਿਹੜੀ ਇਕਨੋਮਿਕ ਹੈ ਉਹਨਾਂ ਨੂੰ ਕੀ ਹੈ, ਮਨੀ ਦੇ ਵਿੱਚ ਮੈਜ਼ਰ ਕਰ ਸਕਦੇ। ਨੋਨ ਇਕਨੋਮਿਕ ਨੂੰ ਤੁਸੀਂ ਮਨੀ ਦੇ ਵਿੱਚ ਮੈਜ਼ਰ ਨਹੀਂ ਕਰ ਸਕਦੇ। ਜਿਹੜੀਆਂ ਇਕਨੋਮਿਕ ਐਕਟੀਵਿਟੀਜ਼ ਹੋਣਗੀਆਂ ਰਾਜੇ ਉਹ ਇੱਕ ਬਿਜ਼ਨਸ ਦੇ ਨਾਲ, ਠੀਕ ਹੈ, ਇੱਕ ਕਾਮਰਸ ਜਾਂ ਟ੍ਰੇਡ ਦੇ ਨਾਲ, ਪ੍ਰੋਫੈਸ਼ਨ ਨਾਲ ਜੁੜੀਆਂ ਹੋਣਗੀਆਂ। ਜਿਹੜੀਆਂ ਨੋਨ ਇਕਨੋਮਿਕ ਨੇ ਉਹ ਜਿਵੇਂ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ, ਫੈਮਲੀਜ਼ ਦੇ ਨਾਲ, ਫਰੈਂਡਸ ਦੇ ਨਾਲ, ਰਿਲੀਜੀਅਸ ਜੋ ਉਸਦੇ ਮੋਟਿਵਸ ਜਿਸ ਤਰ੍ਹਾਂ ਦੇ ਹੋਣਗੇ ਉਸ ਚੀਜ਼ ਦੇ ਨਾਲ ਉਹ ਕਨੈਕਟਡ ਹੋਣਗੇ। ਉਸ ਤੋਂ ਬਾਅਦ ਗੱਲ ਕਰਦੇ ਹਾਂ ਕਰੈਕਟਰਿਸਟਿਕਸ ਆ ਗਈਆਂ ਇੱਕ ਬਿਜ਼ਨਸ ਦੀਆਂ। ਠੀਕ ਹੈ, ਕਿ ਇੱਕ ਬਿਜ਼ਨਸ ਦੇ ਵਿੱਚ ਕਿਹੜੀਆਂ ਜਿਹੜੀਆਂ ਚੀਜ਼ਾਂ ਨੇ ਉਹ ਹੋਣੀਆਂ ਚਾਹੀਦੀਆਂ ਨੇ, ਜਿਹੜੀਆਂ ਇੱਕ ਬਿਜ਼ਨਸ ਨੂੰ ਕੀ ਕਰਦੀਆਂ ਨੇ, ਕੈਪੇਬਲ ਬਣਾਉਂਦੀਆਂ ਨੇ ਕਿ ਉਹ ਅੱਗੇ ਕੀ ਹੈ, ਸਮੂਥਲੀ ਅਤੇ ਐਫੀਸ਼ੀਐਂਟਲੀ ਹੈ ਜੋ ਵਰਕ ਕਰ ਸਕੇ। ਜਿਸ ਦੇ ਵਿੱਚੋਂ ਫਸਟ ਕਰੈਕਟਰਿਸਟਿਕ ਹੈ ਇਕਨੋਮਿਕ ਐਕਟੀਵਿਟੀ, ਐਂਡ ਬਿਜ਼ਨਸ ਇਜ਼ ਐਨ ਇਕਨੋਮਿਕ ਐਕਟੀਵਿਟੀ। ਠੀਕ ਹੈ, ਇਟ ਮੀਨਸ ਦੈਟ ਕਿ ਬਿਜ਼ਨਸ ਹੈ ਜੋ ਉਹ ਆਪਣੀਆਂ ਮੋਨੇਟਰੀ ਨੀਡਸ ਨੂੰ ਪੂਰਾ ਕਰਨ ਦੇ ਲਈ, ਆਪਣੀਆਂ ਜੋ ਸੈਲਫ ਨੀਡਸ ਨੇ ਉਹਨਾਂ ਨੂੰ, ਜ਼ਰੂਰਤਾਂ ਨੇ, ਹੈ ਨਾ, ਉਹਨਾਂ ਸਾਰੀਆਂ ਨੂੰ ਪੂਰਾ ਕਰਨ ਦੇ ਲਈ ਕੀਤਾ ਜਾਂਦਾ ਹੈ। ਸੈਕੰਡਲੀ ਹੈ ਪ੍ਰੋਡਕਸ਼ਨ ਔਰ ਪ੍ਰੋਕਿਊਰਮੈਂਟ ਆਫ ਗੁੱਡਸ ਐਂਡ ਸਰਵਿਸਿਜ਼। ਇੱਕ ਬਿਜ਼ਨਸ ਦੇ ਵਿੱਚ ਜਾਂ ਤਾਂ ਗੁੱਡਸ ਨੂੰ ਪ੍ਰੋਡਿਊਸ ਕੀਤਾ ਜਾਂਦਾ, ਪ੍ਰੋਡਕਸ਼ਨ ਕਰਨਾ ਹੁੰਦਾ ਗੁੱਡਸ ਨੂੰ ਬਣਾਉਣਾ, ਅਤੇ ਪ੍ਰੋਕਿਊਰਮੈਂਟ ਹੁੰਦਾ ਰਾਜੇ ਉਹਨਾਂ ਨੂੰ ਖਰੀਦਣਾ। ਜਾਂ ਤਾਂ ਗੁੱਡਸ ਖੁਦ ਪ੍ਰੋਡਿਊਸ ਕੀਤੀਆਂ ਜਾਂਦੀਆਂ ਨੇ, ਗੁੱਡਸ ਹੁੰਦਾ ਚੀਜ਼ਾਂ, ਠੀਕ ਹੈ, ਜਾਂ ਫਿਰ ਉਹਨਾਂ ਨੂੰ ਕੀ ਹੈ, ਖਰੀਦਿਆ ਜਾਂਦਾ ਹੈ। ਥਰਡ ਹੈ ਸੇਲ ਔਰ ਐਕਸਚੇਂਜ ਆਫ ਗੁੱਡਸ। ਸੇਲ ਜਾਂ ਤਾਂ ਉਹਨਾਂ ਨੂੰ ਵੇਚਿਆ ਜਾਂਦਾ ਹੈ ਜਾਂ ਫਿਰ ਕੀ ਹੈ, ਐਕਸਚੇਂਜ ਕੀਤਾ ਜਾਂਦਾ ਹੈ। ਐਕਸਚੇਂਜ ਹੁੰਦਾ ਕਿ ਗੁੱਡਸ ਦੇ ਵੱਟੇ ਕੋਈ ਗੁੱਡਸ, ਮਤਲਬ ਚੀਜ਼ਾਂ ਦੇ ਵੱਟੇ ਚੀਜ਼ਾਂ ਹੋ ਜਾਂਦੀਆਂ ਨੇ। ਡੀਲਿੰਗ ਇਨ ਗੁੱਡਸ ਐਂਡ ਸਰਵਿਸਿਜ਼, ਜਿਹੜੀ ਇੱਕ ਬਿਜ਼ਨਸ ਦੇ ਵਿੱਚ ਗੁੱਡਸ ਅਤੇ ਸਰਵਿਸਿਜ਼ ਨੂੰ ਆਪਾਂ ਕੀ ਕਰਦੇ ਹਾਂ, ਰੈਗੂਲਰ ਬਿਹਾਫ ਦੇ ਉੱਤੇ ਡੀਲ ਕਰਦੇ ਹਾਂ। ਠੀਕ ਹੈ, ਮਤਲਬ ਕਿ ਉਹਦੇ ਵਿੱਚ ਜੋ ਸੈਲਿੰਗ ਪਰਚੇਸਿੰਗ ਦੀਆਂ ਐਕਟੀਵਿਟੀਜ਼ ਨੇਗੀਆਂ ਉਹ ਰੈਗੂਲਰਲੀ ਕੀਤੀਆਂ ਜਾਂਦੀਆਂ ਨੇ। ਅੱਗੇ ਹੈ ਰਾਜੇ ਪ੍ਰੋਫਿਟ ਅਰਨਿੰਗ। ਪ੍ਰੋਫਿਟ ਅਰਨਿੰਗ ਦੇ ਵਿੱਚ ਕੀ ਹੈ ਕਿ ਇੱਕ ਬਿਜ਼ਨਸ ਹੈ ਜਿਹੜਾ ਉੱਥੇ ਬਿਜ਼ਨਸ ਹੈ ਰਾਜੇ ਜਿਹੜਾ ਉਹ ਪ੍ਰੋਫਿਟ ਨੂੰ ਅਰਨ ਕਰਨ ਦੇ ਮੋਟਿਵ ਦੇ ਨਾਲ ਕੀਤਾ ਜਾਂਦਾ ਹੈ। ਠੀਕ ਹੈ, ਕਿ ਜਿਵੇਂ ਇੱਕ ਬਿਜ਼ਨਸ ਹੈ ਜਿਹੜਾ ਆਪਾਂ ਸਟਾਰਟ ਕਰਦੇ ਹਾਂ ਤਾਂ ਉਹਦਾ ਮੇਨਲੀ ਉਹਦਾ ਮੋਟਿਵ ਕੀ ਹੁੰਦਾ ਹੈ ਕਿ ਉਹ ਕੀ ਕਰਦੇ, ਪ੍ਰੋਫਿਟ ਨੂੰ ਅਰਨ ਕਰੇ। ਠੀਕ ਹੈ, ਉਸ ਤੋਂ ਬਾਅਦ ਹੈ ਰਾਜੇ ਅਨਸਰਟੇਨਟੀ ਆਫ ਰਿਟਰਨ, ਕਿ ਬਿਜ਼ਨਸ ਦੇ ਵਿੱਚ ਜਿਹੜੀ ਇੱਕ ਵਾਰ ਇਨਵੈਸਟਮੈਂਟ ਹੈ ਜੋ ਉਹ ਹੋ ਜਾਂਦੀ ਹੈ, ਠੀਕ ਹੈ, ਉਸ ਦਾ ਇਹ ਨਹੀਂ ਹੁੰਦਾ ਕਿ ਉਸ ਦੀ ਰਿਟਰਨ ਹੈ ਜੋ ਆਪਾਂ ਨੂੰ ਮਿਲੂਗੀ ਜਾਂ ਨਹੀਂ ਮਿਲੂਗੀ। ਠੀਕ ਹੈ, ਉਸ ਤੋਂ ਬਾਅਦ ਅੱਗੇ ਹੈ ਰਾਜੇ ਐਲੀਮੈਂਟ ਆਫ ਰਿਸਕ। ਇੱਕ
ਬਿਜ਼ਨਸ ਦੇ ਵਿੱਚ ਰਿਸਕ ਇਨਵੋਲਵ ਹੁੰਦਾ ਹੈ, ਮਤਲਬ ਇੱਕ ਕੰਮ ਤੁਸੀਂ ਸਟਾਰਟ ਕਰਤਾ ਤਾਂ ਅੱਗੇ ਆਪਾਂ ਨੂੰ ਪਤਾ ਨਹੀਂ ਕਿ ਉਸ ਤੋਂ ਪ੍ਰੋਫਿਟ ਹੋਣਾ ਜਾਂ ਲਾਸ ਹੋਣਾ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਬਿਜ਼ਨਸ ਐਜ਼ ਐਨ ਇਕਨੋਮਿਕ ਐਕਟੀਵਿਟੀ। ਸੇਮ ਮੋਟਿਵ ਨੇ ਇਹਦੇ, ਪ੍ਰੋਫਿਟ ਦਾ ਮੋਟਿਵ ਹੁੰਦਾ ਹੈ, ਠੀਕ ਹੈ। ਯੂਟਿਲਿਟੀਜ਼ ਹੁੰਦਾ ਹੈ ਕਿ ਜਦੋਂ ਆਪਾਂ ਐਡੀਸ਼ਨਲ ਫੈਸਿਲਿਟੀਜ਼ ਨੂੰ ਕ੍ਰੀਏਟ ਕਰਦੇ ਹਾਂ, ਜਿਵੇਂ ਰॉ ਮਟੀਰੀਅਲ ਵਗੈਰਾ ਨੂੰ ਕੀ ਕੀਤਾ ਜਾਂਦਾ ਹੈ, ਫਿਨਿਸ਼ਡ ਗੁੱਡਸ ਦੇ ਵਿੱਚ ਕੀਤਾ ਜਾਂਦਾ ਹੈ ਕਨਵਰਟ। ਉਸ ਤੋਂ ਬਾਅਦ ਜਿਹੜੀ ਪਲੇਸ ਦੀ ਯੂਟਿਲਿਟੀ ਆ ਗਈ, ਉਹਨਾਂ ਨੂੰ ਕੀ ਹੈ ਪਲੇਸ ਟੂ ਪਲੇਸ ਟ੍ਰਾਂਸਫਰ ਕੀਤਾ ਜਾਂਦਾ ਹੈ। ਮਤਲਬ ਜਿਹੜੀ ਚੀਜ਼ ਆਪਾਂ ਨੇ ਬਣਾ ਲਈ ਉਹ ਚੀਜ਼ ਕੀ ਕੰਜ਼ਿਊਮਰ ਤੱਕ ਪਹੁੰਚਾਉਣੀ ਵੀ ਹੁੰਦੀ ਹੈ। ਟਾਈਮ ਦੀ ਯੂਟਿਲਿਟੀ ਕਿ ਜਿਹੜੀਆਂ ਲੋਕਾਂ ਦੀਆਂ ਡਿਮਾਂਡਸ ਨੇ, ਲੋਕ ਜਿਹੜਾ ਕੁਝ ਚਾਹੁੰਦੇ ਨੇ ਪ੍ਰੋਡਕਟ ਤੋਂ, ਉਹ ਉਹਨਾਂ ਨੂੰ ਟਾਈਮਲੀ ਕੀ ਹੈ ਅਵੇਲੇਬਲ ਕੀਤਾ ਜਾਵੇ। ਸੈਟਿਸਫੈਕਸ਼ਨ ਆਫ ਹਿਊਮਨ ਵਾਂਟਸ, ਹਿਊਮਨ ਦੀਆਂ ਜੋ ਵਾਂਟਸ ਨੇਗੀਆਂ, ਠੀਕ ਹੈ, ਹਿਊਮਨ ਜੋ ਚਾਹੁੰਦਾ ਹੈ ਉਹਨਾਂ ਵਾਂਟਸ ਨੂੰ ਪੂਰਾ ਕੀਤਾ ਜਾਵੇ। ਉਸ ਤੋਂ ਬਾਅਦ ਲਾਸਟਲੀ ਹੈ ਰਾਜੇ ਐਕਸਚੇਂਜ ਆਫ ਗੁੱਡਸ ਐਂਡ ਸਰਵਿਸਿਜ਼। ਇਕਨੋਮਿਕ ਐਕਟੀਵਿਟੀਜ਼ ਦੇ ਵਿੱਚ ਕੀ ਹੋਊਗਾ, ਗੁੱਡਸ ਤੇ ਸਰਵਿਸਿਜ਼ ਦਾ ਐਕਸਚੇਂਜ ਹੋਊਗਾ। ਇਟ ਮੀਨਸ ਦੈਟ ਕਿ ਗੁੱਡਸ ਨੇ ਜੋ ਚੀਜ਼ਾਂ ਨੇ ਉਹ ਵੇਚੀਆਂ ਜਾਣਗੀਆਂ, ਖਰੀਦੀਆਂ ਜਾਣਗੀਆਂ, ਜਾਂ ਚੀਜ਼ਾਂ ਦੇ ਬਦਲੇ ਚੀਜ਼ਾਂ ਨੇ ਜੋ ਉਹ ਐਕਸਚੇਂਜ ਕੀਤੀਆਂ ਜਾਣਗੀਆਂ। ਸੋ ਇੱਥੋਂ ਤੱਕ ਦੇ ਕਨਸੈਪਟ ਦੇ ਵਿੱਚ ਆਪਾਂ ਪੜ੍ਹਿਆ ਕਿ ਇੱਕ ਬਿਜ਼ਨਸ ਕੀ ਹੁੰਦਾ, ਠੀਕ ਹੈ। ਬਿਜ਼ਨਸ, ਪ੍ਰੋਫੈਸ਼ਨ, ਇੰਪਲੋਇਮੈਂਟ, ਤਿੰਨਾਂ ਦੇ ਵਿੱਚ ਕੀ ਫ਼ਰਕ ਹੁੰਦਾ। ਅਤੇ ਇਸ ਤੋਂ ਇਲਾਵਾ ਜੋ ਇੱਕ ਹਿਊਮਨ ਦੁਆਰਾ ਐਕਟੀਵਿਟੀਜ਼ ਕੀਤੀਆਂ ਜਾਂਦੀਆਂ ਨੇ ਉਹ ਕਿੰਨੇ ਟਾਈਪਸ ਦੀਆਂ ਹੁੰਦੀਆਂ ਨੇ, ਜਿਵੇਂ ਮੇਨਲੀ 2 ਟਾਈਪਸ ਦੀ ਆਪਾਂ ਗੱਲ ਕੀਤੀ, ਇਕਨੋਮਿਕ ਐਂਡ ਨੋਨ ਇਕਨੋਮਿਕ ਐਕਟੀਵਿਟੀਜ਼। ਅਤੇ ਬਿਜ਼ਨਸ ਹੈ ਜੋ ਉਹਨੂੰ ਆਪਾਂ ਕੀ ਰਿਗਾਰਡ ਕਰਦੇ ਹਾਂ, ਇੱਕ ਇਕਨੋਮਿਕ ਐਕਟੀਵਿਟੀ। ਬਿਜ਼ਨਸ ਨੂੰ ਇਕਨੋਮਿਕ ਐਕਟੀਵਿਟੀ ਕਿਉਂ ਕਹਿੰਦੇ ਆ, ਕਿਉਂਕਿ ਜਿਹੜਾ ਬਿਜ਼ਨਸ ਹੈ ਉਹ ਪ੍ਰੋਫਿਟ ਅਰਨਿੰਗ ਦੇ ਮੋਟਿਵ ਦੇ ਲਈ ਕੀਤਾ ਜਾਂਦਾ।